ਹੈਲੋ ਫਰੈਂਡਸ ਵੈਲਕਮ ਆਵਰ YouTube ਚੈਨਲ ਦਾ ਵਾਰਜ ਸਟੱਡੀ ਪੁਆਇੰਟ। ਅੱਜ ਦੀ ਇਸ ਵੀਡੀਓ ਵਿੱਚ ਮਾਸਟਰ ਕੇਡਰ ਨਾਲ ਰਿਲੇਟਡ ਐਂਡ ਲੈਕਚਰਰ ਕੇਡਰ ਨਾਲ ਸੰਬੰਧਿਤ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ। ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਲੈਕਚਰਰ ਕੇਡਰ ਦੀ ਐਲੀਜੀਬਿਲਟੀ ਕੁਆਲੀਫਿਕੇਸ਼ਨ ਦੱਸੀ ਜਾਏਗੀ, ਜੋ ਕਿ ਇੱਕ ਬਹੁਤ ਇੰਪੋਰਟੈਂਟ ਨਿਊਜ਼ ਹੈ ਜਾਂ ਇਨਕੁਆਇਰੀ ਹੈ ਜੋ ਵਾਰ-ਵਾਰ ਆ ਰਹੀ ਹੈ। ਜਿਹੜੇ ਹਿਸਟਰੀ ਨਾਲ ਰਿਲੇਟਡ ਕੈਂਡੀਡੇਟ ਹਿਸਟਰੀ, ਇਕਨੋਮਿਕਸ, ਪੋਲੀਟੀਕਲ ਸਾਇੰਸ ਜਾਂ ਸੋਸ਼ੋਲੋਜੀ ਦੀ MA ਕਰਕੇ ਬੈਠੇ ਹੋਏ ਆ, ਕੀ ਉਹ ਐਲੀਜੀਬਲ ਹੈਗੇ ਆ ਪੋਲੀਟੀਕਲ ਸਾਇੰਸ ਲਈ, ਸੋਸ਼ੋਲੋਜੀ ਉਹਨਾਂ ਦੇ ਕੰਬੀਨੇਸ਼ਨ ਵਿੱਚ ਜੋ ਪ੍ਰੋਬਲਮ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਵਿਦ ਪ੍ਰੂਫ ਉਹ ਪ੍ਰੋਬਲਮ ਦੂਰ ਕਰਨ ਲੱਗਿਆ। ਹਾਂਜੀ, ਇਸ ਤੋਂ ਇਲਾਵਾ PS ਟੈਟ ਦੀ ਆਨਸਰ ਕੀ ਹੈਗੀ, ਜਿਹੜੀ ਫਾਈਨਲ ਆਨਸਰ ਕਦੋਂ ਆ ਰਹੀ ਹੈ, ਕੀ ਇਸ ਦਾ ਰਿਜ਼ਲਟ ਪਹਿਲਾਂ ਆ ਸਕਦਾ ਹੈ, ਐਂਡ ਕਿ ਜਿਹੜੇ PS ਟੈਟ ਵਾਲੇ ਕੈਂਡੀਡੇਟਸ ਹਨ ਜਿਨ੍ਹਾਂ PS ਟੈਟ ਦੇ ਵਿੱਚ ਪੀਅਰ ਹੋਏ ਹਨ, ਜੇ ਕਿ ਉਹ 41 61 ਵਿੱਚ ਪੀਅਰ ਹੋ ਸਕਦੇ ਹਨ, ਕਿ 343 ਜਿਨ੍ਹਾਂ ਦਾ PS ਟੈਟ ਕਲੀਅਰ ਨਹੀਂ ਹੋਇਆ ਉਹ ਵੀ ਪੀਅਰ ਹੋ ਸਕਦੇ ਹਨ ਜਾਂ ਨਹੀਂ ਹੋ ਸਕਦੇ ਹਨ, ਕਿੰਨੇ ਮਾਰਕਸ ਦੀ ਗ੍ਰੇਸ ਮਿਲ ਸਕਦੀ ਹੈ, ਐਂਡ ਆਬਜੈਕਸ਼ਨ ਕਿੰਨੀਆਂ ਪ੍ਰੂਵਡ ਹੋ ਸਕਦੀਆਂ ਹਨ। ਇਹ ਸਾਰੀ ਵਿਚਾਰ ਚਰਚਾ ਇਸ ਵੀਡੀਓ ਦੇ ਵਿੱਚ ਕੀਤੀ ਜਾਏਗੀ। ਇਸ ਤੋਂ ਪਹਿਲਾਂ ਆਪ ਜੀ ਨੂੰ ਮੈਂ ਜੋ ਇੰਪੋਰਟੈਂਟ ਗੱਲ ਹੈਗੀ ਹੈ ਉਹ ਇੱਥੇ ਦੱਸਣ ਜਾ ਰਿਹਾ। ਲੈਕਚਰਰ ਕੇਡਰ ਬਾਰੇ ਪਹਿਲਾਂ ਗੱਲ ਕਰਾਂਗੇ, ਦੈਨ ਮਾਸਟਰ ਕੇਡਰ ਐਂਡ PS ਟੈਟ ਰਿਗਾਰਡਿੰਗ ਅਪਡੇਟ ਆਪ ਜੀ ਨੂੰ ਕੀਤਾ ਜਾਏਗਾ। ਹਾਂਜੀ, ਲੈਕਚਰਰ ਕੇਡਰ ਦੇ ਵਿੱਚ ਐਲੀਜੀਬਿਲਟੀ ਕੀ ਹੈ ਇਹ ਆਪ ਜੀ ਨੂੰ ਪਹਿਲੇ ਦੱਸਣ ਜਾ ਰਿਹਾ ਹਾਂ। ਹਾਂਜੀ, ਆਓ ਪਹਿਲਾਂ ਆਪਾਂ ਪਬਲਿਕ ਨੋਟਸ ਵੱਲ ਚੱਲਦੇ ਹਾਂ। ਕੀ ਕੁਆਲੀਫਿਕੇਸ਼ਨ ਚਾਹੀਦੀ ਹੈ, ਦੈਨ ਉਸ ਦੇ ਵਿੱਚ ਕੀ ਪ੍ਰੂਵ ਕਰਨ ਦੀ ਜ਼ਰੂਰਤ ਹੈ, ਐਂਡ ਵਿਦ ਪ੍ਰੂਫ ਆਪ ਜੀ ਨੂੰ ਉਹ ਦਿਖਾਇਆ ਜਾਏਗਾ। ਹਾਂਜੀ, ਜਿਸ ਤਰ੍ਹਾਂ ਅਸੀਂ ਜੋ ਪਬਲਿਕ ਨੋਟਸ ਪ੍ਰੀਵੀਅਸ ਡੇ ਜਾਰੀ ਹੋਇਆ ਸੀ ਲੈਕਚਰਰ ਕੇਡਰ ਦਾ, ਉਸ ਦੀਆਂ ਅਸੀਂ ਵਿਦਿਅਕ ਯੋਗਤਾਵਾਂ ਉੱਪਰ ਪਹੁੰਚ ਚੁੱਕੇ ਹਾਂ। ਸਭ ਤੋਂ ਪਹਿਲਾਂ ਅਸੀਂ ਇਕਨੋਮਿਕਸ ਵਿੱਚ ਜੇਕਰ ਤੁਸੀਂ MA ਕੀਤੀ ਹੋਈ ਹੈ ਉਸ ਨਾਲ ਸੰਬੰਧਿਤ ਅਸੀਂ ਐਲੀਜੀਬਿਲਟੀ ਜਾਂ ਕੁਆਲੀਫਿਕੇਸ਼ਨ ਬਾਰੇ ਗੱਲ ਕਰ ਲੈਂਦੇ ਹਾਂ। ਕਹਿੰਦੇ ਸ਼ੁੱਡ ਹੈਵ ਪਾਸਡ MA ਇਨ ਇਕਨੋਮਿਕਸ, ਅਪਲਾਈਡ ਇਕਨੋਮਿਕਸ, ਬਿਜ਼ਨਸ ਇਕਨੋਮਿਕਸ ਵਿਦ ਐਟ ਲੀਸਟ ਵਿਦ 55% ਮਾਰਕਸ, ਐਂਡ ਸ਼ੁੱਡ ਹੈਵ ਪਾਸਡ B.Ed ਵਿਦ ਟੀਚਿੰਗ ਸਬਜੈਕਟ ਐਜ ਇਕਨੋਮਿਕਸ from recognized university or institution as per guidelines of UGC, and should have studied in 3-year economics as elective subject in graduation। ਹਾਂਜੀ, ਇੱਥੇ ਲਿਖਿਆ ਹੋਇਆ ਹੈ ਵੀ ਤੁਸੀਂ ਜੇਕਰ ਜੇਕਰ ਤੁਸੀਂ MA ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ, ਮਾਸਟਰ ਆਫ ਆਰਟਸ MA ਵਿੱਚ ਹੈਗੇ ਹੋ, ਉਸ ਦੀ ਜੇ ਤੁਸੀਂ ਅਪਲਾਈਡ ਇਕਨੋਮਿਕਸ ਕੀਤੀ ਹੋਈ ਹੈ, ਬਿਜ਼ਨਸ ਇਕਨੋਮਿਕਸ ਕੀਤੀ ਹੋਈ ਹੈ, ਉਸ ਲਈ ਤੁਹਾਨੂੰ 55% ਮਾਰਕਸ ਵਾਲੀ ਕੰਡੀਸ਼ਨ ਹੋਣੀ ਚਾਹੀਦੀ MA ਦੇ ਵਿੱਚ, ਐਂਡ ਤੁਸੀਂ B.Ed ਦੇ ਵਿੱਚ ਟੀਚਿੰਗ ਸਬਜੈਕਟ ਲਿਆ ਹੋਏ ਇਕਨੋਮਿਕਸ। ਹਾਂਜੀ, ਇੱਥੇ ਧਿਆਨ ਦੇਣ ਜੋ ਗੱਲ ਹੈਗੀ ਇਕਨੋਮਿਕਸ। ਜੇਕਰ ਇਕਨੋਮਿਕਸ ਨਹੀਂ ਲਿਆ ਹੋਇਆ, ਕੀ ਇਸ ਦਾ ਸੋਲੂਸ਼ਨ ਹੈਗਾ, ਇਸ ਬਾਰੇ ਇਸ ਵੀਡੀਓ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਏਗੀ। ਜੇਕਰ ਤੁਸੀਂ MA ਦੇ ਵਿੱਚ ਇਕਨੋਮਿਕਸ ਕਰ ਚੁੱਕੇ ਹੋ, B.Ed ਵਿੱਚ ਸੋਸ਼ੋਲੋਜੀ ਕੀਤੀ ਹੋਈ ਹੈ, ਜੇਕਰ ਤੁਸੀਂ ਹੋਰ ਪੋਲੀਟੀਕਲ ਕੀਤੀ ਹੋਈ ਹੈ, ਕੀ ਤੁਸੀਂ ਐਲੀਜੀਬਲ ਹੋ ਜਾਂ ਨਹੀਂ, ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਇਹਨਾਂ ਕੁਐਸਚਨ ਦੇ ਆਨਸਰ ਮਿਲ ਜਾਏਗਾ, ਵਿਦ ਪ੍ਰੂਫ ਮਿਲੇਗਾ। ਹਾਂਜੀ, ਐਂਡ ਤੁਸੀਂ UGC ਦੀਆਂ ਨੈਕਸਟ ਜਿਹੜੀਆਂ ਹੈਗੀਆਂ ਗਾਈਡਲਾਈਨਸ ਉਸ ਦੇ ਅਕੋਰਡਿੰਗ ਜੇ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਐਜ਼ ਇਲੈਕਟਿਵ ਸਬਜੈਕਟ 3 ਈਅਰ ਸਟੱਡੀ ਕੀਤਾ ਹੋਏ। ਹਾਂਜੀ, ਇਹ ਸੀ ਇਕਨੋਮਿਕਸ ਵਾਸਤੇ ਵਿਦਿਅਕ ਯੋਗਤਾ ਜੇਕਰ ਤੁਸੀਂ ਇਕਨੋਮਿਕਸ ਦਾ ਲੈਕਚਰਰ ਕੇਡਰ ਅਪਲਾਈ ਕਰਨਾ ਚਾਹੁੰਦੇ ਹੋ। ਹਾਂਜੀ, ਹੁਣ ਅਸੀਂ ਗੱਲ ਕਰ ਲੈਂਦੇ ਹਾਂ। ਹਾਂਜੀ, ਹਿਸਟਰੀ ਵਿੱਚ ਕੀ ਲਿਖਿਆ ਹੋਇਆ, ਜੇਕਰ ਤੁਸੀਂ ਹਿਸਟਰੀ ਦਾ ਲੈਕਚਰਰ ਕੇਡਰ ਅਪਲਾਈ ਕਰਨਾ ਚਾਹੁੰਦੇ ਹੋ, MA ਤੁਹਾਡੇ ਕੋਲ ਹਿਸਟਰੀ ਦੀ ਹੋਣੀ ਚਾਹੀਦੀ ਹੈ, 55% ਮਾਰਕਸ ਹਨ, ਐਂਡ B.Ed ਪਾਸ ਹੋਣੀ ਚਾਹੀਦੀ, ਟੀਚਿੰਗ ਸਬਜੈਕਟ ਹਿਸਟਰੀ ਹੋਏ। ਇਹ ਤਾਂ ਲਗਭਗ ਸਾਰੇ ਹੀ ਕੈਂਡੀਡੇਟਸ ਕੋਲ ਹੁੰਦੀ ਹੈ, ਔਰ ਟੀਚਿੰਗ ਸਬਜੈਕਟ ਦੇ 3 ਈਅਰਸ ਤੁਸੀਂ ਹਿਸਟਰੀ ਕਰਦੇ ਹੋ, ਇਸ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ। ਹੁਣ ਪੋਲੀਟੀਕਲ ਸਾਇੰਸ ਦੀ ਗੱਲ ਕਰ ਲੈਂਦੇ ਹਾਂ। ਹਾਂਜੀ, ਪੋਲੀਟੀਕਲ ਸਾਇੰਸ ਦੇ ਵਿੱਚ ਤੁਸੀਂ MA ਪੋਲੀਟੀਕਲ ਸਾਇੰਸ ਵਿੱਚ ਕੀਤੀ ਹੋਵੇ, 55% ਮਾਰਕਸ ਵਾਲੀ ਕੰਡੀਸ਼ਨ ਹੇਕੜੀ ਅਪਲਾਈਡ ਹੋਏਗੀ, ਐਂਡ B.Ed ਟੀਚਿੰਗ ਸਬਜੈਕਟ ਪੋਲੀਟੀਕਲ ਸਾਇੰਸ ਫਰੋਮ ਰਿਕਗਨਾਈਜ਼ਡ ਯੂਨੀਵਰਸਿਟੀ। ਹਾਂਜੀ, ਇੱਥੇ ਗੱਲ ਕੀਤੀ ਗਈ ਹੈ ਪੋਲੀਟੀਕਲ ਸਾਇੰਸ ਤੁਸੀਂ B.Ed ਵਿੱਚ ਵੀ ਕੀਤੀ ਹੋਈ ਟੀਚਿੰਗ ਸਬਜੈਕਟ, ਐਂਡ ਜਾਂ ਤੁਸੀਂ 3 ਸਾਲ ਜਿਹੜਾ ਡਿਪਲੋਮਾ ਕੀਤਾ ਹੋਇਆ ਹੈ, 3 ਸਾਲ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਸ ਦੇ ਵਿੱਚ ਤੁਹਾਡਾ ਕੋਲ ਟੀਚਿੰਗ ਆਫ ਪੋਲੀਟੀਕਲ ਸਾਇੰਸ ਹੋਣੀ ਚਾਹੀਦੀ ਹੈ। ਹਾਂਜੀ, ਹੁਣ ਇੱਥੇ ਧਿਆਨ ਦੇਣ ਜੋ ਗੱਲ ਹੈ, ਇਹਨਾਂ ਦੋਨਾਂ ਦੇ ਵਿੱਚ ਐਟ ਲੀਸਟ 1 ਕੰਡੀਸ਼ਨ ਫੋਲੋ ਕਰਦੇ ਹੋਏ ਜਾਂ ਤੁਸੀਂ ਪੂਰੀ ਕਰਦੇ ਹੋਣਾ ਚਾਹੀਦਾ ਹੈ। ਹੁਣ ਇੱਥੇ ਜੋ ਪ੍ਰੀਵੀਅਸ ਲੈਕਚਰਰ ਕੇਡਰ ਦੇ ਵਿੱਚ ਆਇਆ ਸੀ ਉਸ ਦੇ ਵਿੱਚ ਜੋ ਲਿਟਲ ਬਿਟ ਚੇਂਜਸ ਕੀਤੇ ਗਏ ਸੀ ਉਹ ਆਪ ਜੀ ਨੂੰ ਮੈਂ ਪਬਲਿਕ ਨੋਟਸ ਦਿਖਾਉਣ ਜਾ ਰਿਹਾ ਕਿ ਜੇਕਰ ਤੁਸੀਂ ਟੀਚਿੰਗ ਸਬਜੈਕਟ B.Ed ਵਿੱਚ ਜਾਂ BA ਵਿੱਚ ਜੇਕਰ ਤੁਸੀਂ ਨਹੀਂ ਪੋਲੀਟੀਕਲ ਪੜ੍ਹੀ ਹੋ, ਕਿ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਹੋ, ਉਸ ਬਾਰੇ ਆਓ ਆਪਾਂ ਉਸ ਪਬਲਿਕ ਨੋਟਸ ਵੱਲ ਮੂਵ ਕਰਦੇ ਹਾਂ, ਐਂਡ ਉੱਥੇ ਆਪ ਜੀ ਨੂੰ ਇਸ ਕੁਐਸਚਨ ਦਾ ਆਨਸਰ ਮਿਲ ਜਾਏਗਾ। ਹਾਂਜੀ, ਜੋ ਤੁਸੀਂ ਪਬਲਿਕ ਨੋਟਸ ਦੇਖ ਰਹੇ ਹੋ, ਇਹ ਜੋ ਪ੍ਰੀਵੀਅਸ
ਲੈਕਚਰਰ ਕੇਟਰ ਦੀਆਂ ਆਈਆਂ ਸੀ ਪੋਸਟਾਂ ਉਸ ਦੇ ਵਿੱਚ ਹੈਗਾ ਇੱਥੇ ਸਾਫ਼ ਔਰ ਸਪਸ਼ਟ ਲਿਖਿਆ ਹੋਇਆ ਹੈ, ਜੇਕਰ ਤੁਸੀਂ ਅਰਥ ਸ਼ਾਸਤਰ ਦੇ ਵਿਸ਼ੇ ਲਈ 18 ਨਵੀਆਂ ਜੋ ਬੈਕਲੌਗ ਦੀਆਂ ਆਈਆਂ ਸੀ ਪੋਸਟਾਂ ਉਸ ਦੇ ਰਿਗਾਰਡਿੰਗ ਹਾਂਜੀ ਵਿਗਿਆਪਨ ਦੀ ਮਾਟੂ ਵਿਦਿਅਕ ਯੋਗਤਾ ਸੰਬੰਧੀ ਅੰਸ਼ਿਕ ਸੋਧ ਕੀਤੀ ਗਈ ਹੈ। ਹਾਂਜੀ ਉਸ ਦੇ ਵਿੱਚ ਲਿਟਲ ਬਿਟ ਜਿਹੜੇ ਹੈਗੇ ਸੀ ਚੇਂਜਸ ਕੀਤੇ ਗਏ ਸੀ। ਹਾਂਜੀ ਨੀਚੇ ਦੇਖ ਸਕਦੇ ਹੋ ਕਿ ਲਿਖਿਆ, ਜੇਕਰ ਤੁਸੀਂ ਅਰਥ ਸ਼ਾਸਤਰ ਲੈਕਚਰਰ ਦੀ ਭਰਤੀ ਵਿੱਚ B.Ed ਵਿੱਚ ਟੀਚਿੰਗ ਵਿਸ਼ੇ ਵਿੱਚ ਅਰਥ ਸ਼ਾਸਤਰ ਜਾਂ ਸੋਸ਼ਲ ਸਾਇੰਸ ਦਾ ਵਿਸ਼ਾ ਨੂੰ ਵੀ ਯੋਗ ਮੰਨਿਆ ਜਾਏਗਾ, ਭਾਵ ਇਹਨਾਂ ਵਿਸ਼ਿਆਂ ਵਿੱਚ ਕੋਈ ਵੀ ਪਾਸ ਕੀਤਾ ਹੋਵੇ ਤਾਂ ਉਮੀਦਵਾਰ ਯੋਗ ਹੋਏਗਾ। ਹਾਂਜੀ ਇੱਥੇ ਲਿਖਿਆ ਹੋਇਆ ਹੈ, ਜੇਕਰ ਤੁਸੀਂ ਇਕਨੋਮਿਕਸ ਦਾ ਲੈਕਚਰਰ ਬਣਨਾ ਚਾਹੁੰਦੇ ਹੋ ਜਾਂ ਪੋਲੀਟੀਕਲ ਦਾ, ਤਾਂ ਇਸ ਦੇ ਵਿੱਚ ਦੋ ਗੱਲਾਂ ਲਿਖੀਆਂ ਹੋਈਆਂ ਨੇ। ਜੇਕਰ ਤੁਸੀਂ ਸੋਸ਼ਲ ਸਾਇੰਸ ਦੈਟ ਮੀਨਸ ਹਿਸਟਰੀ ਸੋਸ਼ਲ ਸਟੱਡੀ ਜੇਕਰ ਤੁਸੀਂ ਗ੍ਰੈਜੂਏਸ਼ਨ B.Ed ਵਿੱਚ ਕੀਤੀ ਹੋਈ ਹੈ ਜਾਂ ਤੁਸੀਂ ਇਕਨੋਮਿਕਸ ਨਹੀਂ ਕੀਤੀ ਹੋਈ, ਫਿਰ ਵੀ ਤੁਸੀਂ ਇਕਨੋਮਿਕਸ ਦੇ ਲੈਕਚਰ ਕੇਟਰ ਲਈ ਤੁਸੀਂ ਐਲੀਜੀਬਲ ਹੈਗੇ ਹੋ, ਇਹ ਗੱਲ ਸਪਸ਼ਟ ਕੀਤੀ ਗਈ ਹੈ। ਜੇਕਰ ਪੋਲੀਟੀਕਲ ਇਹ ਸੇਮ ਹੀ ਜਿਹੜਾ ਪ੍ਰੋਸੈਸ ਹੈ ਪੋਲੀਟੀਕਲ ਵਾਸਤੇ ਵੀ ਹੋਏਗਾ। ਜੇਕਰ ਪੋਲੀਟੀਕਲ ਤੁਸੀਂ MA ਕੀਤੀ ਹੋਈ ਹੈ, ਜੇਕਰ ਤੁਸੀਂ ਸੋਸ਼ਲ ਸਾਇੰਸ B.Ed ਵਿੱਚ ਕੀਤੀ ਹੋਈ ਤਾਂ ਦੈਟ ਮੀਨਸ ਯੂ ਆਰ ਐਲੀਜੀਬਲ ਫਾਰ ਲੈਕਚਰਰ ਕੇਟਰ। ਆਈ ਹੋਪ ਇਟ ਇਜ਼ ਕਲੀਅਰ ਆਲ ਆਫ ਯੂ। ਹਾਂਜੀ ਇਹ ਸਾਰਿਆਂ ਨੂੰ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜਿਹੜੀ ਪ੍ਰੋਬਲਮ ਹੈਗੀ ਸੀ, ਕੁਝ ਕਮੈਂਟ ਆ ਰਹੇ ਸੀ, ਕੁਝ ਫੋਨ ਕਾਲ ਆ ਰਹੇ ਸੀ, ਇਹ ਆਪ ਜੀ ਨੂੰ ਜਿਹੜਾ ਹੈਗਾ ਲੇਟਰ ਵੀ ਚੇਂਜ ਕਰ ਦਿੱਤਾ ਜਾਏਗਾ। ਹੁਣ ਇੱਥੇ ਇਹ ਪ੍ਰੋਬਲਮ ਹੈਗੀ ਹੈ, ਤੁਸੀਂ ਆਪਣੇ ਬੋਰਡ ਨਾਲ ਤੁਸੀਂ ਕੰਡਕਟ ਕਰੋ ਐਂਡ ਬੋਰਡ ਨੂੰ ਮੇਲ ਕਰੋ, ਜੋ ਤੁਸੀਂ ਪ੍ਰੀਵੀਅਸ ਅਮੈਂਡਮੈਂਟ ਕੀਤੀ ਸੀ ਜਾਂ ਸੋਧ ਕੀਤੀ ਸੀ ਉਸੇ ਤਰ੍ਹਾਂ ਸੋਧ ਇਸ ਨੋਟੀਫਿਕੇਸ਼ਨ ਵਿੱਚ ਵੀ ਕੀਤੀ ਜਾਏ। ਲਿਟਲ ਬਿਟ ਐਂਡ ਇਹ ਅਪਲੋਡ ਸਾਈਟ ਉੱਪਰ ਕੀਤਾ ਜਾਏ, ਜੋ ਨਿਊ ਪੋਰਟਲ ਬਣਿਆ ਹੈ ਇਹ ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਣੀ ਮੇਲ ਕਰ ਸਕਦੇ ਹੋ। ਜਿਹੜੇ ਵੀ ਕੈਂਡੀਡੇਟਸ ਇਸ ਕੁਆਲੀਫਿਕੇਸ਼ਨ ਨੂੰ ਪੂਰਾ ਕਰਦੇ ਹਨ। ਹਾਂਜੀ ਆਈ ਹੋਪ ਆਪ ਨੂੰ ਇਹ ਵਾਲੀ ਗੱਲ ਕਲੀਅਰ ਹੋ ਗਈ ਹੋਏਗੀ। ਹੁਣ ਅਸੀਂ ਨੈਕਸਟ ਮੂਵ ਕਰਦੇ ਹਾਂ। ਹਾਂਜੀ ਲੈਕਚਰਰ ਕੇਟਰ ਦੀ ਅਸੀਂ ਸਾਰੀ ਕਲੈਰੀਫਿਕੇਸ਼ਨ ਦੇ ਚੁੱਕੇ ਹਾਂ। ਹੁਣ ਮਾਸਟਰ ਕੇਟਰ ਦੀ ਗੱਲ ਕਰ ਲੈਂਦੇ ਹਾਂ ਕਿ ਮਾਸਟਰ ਕੇਟਰ ਦੇ ਵਿੱਚ ਜੋ ਨਿਊ TET ਪੀਅਰ ਹੋਏ ਹਨ ਕਿ ਕੈਂਡੀਡੇਟਸ ਨੂੰ ਕੰਸੀਡਰ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ। ਹਾਂਜੀ ਜਿਸ ਤਰ੍ਹਾਂ ਅਸੀਂ ਮਾਸਟਰ ਕੇਟਰ ਦੀ ਲਾਸਟ ਡੇਟ ਦੀ ਗੱਲ ਕੀਤੀ ਜੀ ਤਾਂ 30 ਜਨਵਰੀ ਹੈਗੀ ਲਾਸਟ ਡੇਟ ਅਪਲਾਈ ਕਰਨ ਦੀ। ਹਾਂਜੀ ਇਹਨਾਂ ਸਾਰੇ ਕੈਂਡੀਡੇਟਸ ਨੂੰ 101% ਡੈਫੀਨੇਟਲੀ ਕੰਸੀਡਰ ਕੀਤਾ ਜਾਏਗਾ। ਜੋ ਰਿਜ਼ਲਟ ਦੀ ਡੇਟ ਹੈਗੀ ਆ, ਹਾਂਜੀ ਇਹਨਾਂ ਨੂੰ ਕੰਸੀਡਰ ਕੀਤਾ ਜਾਏਗਾ। ਜੋ ਰਿਜ਼ਲਟ ਦੀ ਡੇਟ ਹੈਗੀ ਸੀ ਉਹ ਸਾਡੇ ਕੋਲ 24 ਜਨਵਰੀ ਰੱਖੀ ਗਈ ਹੈ ਕਿ ਉਸ ਦੇ ਵਿੱਚ ਪਹਿਲਾਂ ਕੋਈ ਡੇਟ ਕੀਤੀ ਜਾ ਸਕਦੀ ਜਾਂ ਪਹਿਲਾਂ ਰਿਜ਼ਲਟ ਆ ਸਕਦਾ ਹੈ। ਹਾਂਜੀ ਇਸ ਬਾਰੇ ਹਜੇ ਤੱਕ ਕੋਈ ਸਾਡੇ ਕੋਲ ਅਫੀਸ਼ੀਅਲ ਨੋਟਸ ਨਹੀਂ ਪਹੁੰਚਿਆ। ਅਕੋਰਡਿੰਗ ਟੂ ਮੀ ਵੈਰੀ ਲੈਸ ਚਾਂਸ ਹਨ ਕਿ ਪਹਿਲਾਂ ਕੀਤੀ ਜਾ ਸਕੇ, ਕਿਉਂਕਿ ਜਿਹੜੀ ਮਾਸਟਰ ਕੇਟਰ ਦੀ ਅਪਲਾਈ ਕਰਨ ਦੀ ਡੇਟ ਹੈਗੀ ਹੈ ਉਹ 30 ਡੇਟ ਹੈਗੀ ਹੈ। 30 ਤੋਂ ਪਹਿਲਾਂ ਹੈਗਾ 24 ਡੇਟ ਦੀ, ਇਸ ਕਰਕੇ 24 ਡੇਟ ਨੂੰ ਜਿਹੜਾ ਹੈਗਾ ਆਪ ਜੀ ਦਾ ਫਾਈਨਲ ਰਿਜ਼ਲਟ ਹੈਗਾ ਡਿਕਲੇਅਰ ਕਰ ਦਿੱਤਾ ਜਾਏਗਾ। ਦੈਨ ਤੁਸੀਂ ਆਪ ਕੋਲ 6 to 7 ਡੇਜ਼ ਹੋਣਗੇ, ਤੁਸੀਂ ਆਪਣਾ ਕਿਹੜਾ ਹੈਗਾ ਆਪਣਾ ਮਾਸਟਰ ਕੇਟਰ ਅਪਲਾਈ ਕਰ ਸਕਦੇ ਹੋ। ਐਂਡ ਲੈਕਚਰਰ ਕੇਟਰ ਲਈ TET ਕੰਪਲਸਰੀ ਨਹੀਂ ਹੈਗਾ। ਜੇਕਰ ਤੁਹਾਡੇ ਕੋਲ ਮਾਸਟਰ ਡਿਗਰੀ ਹੈ, B.Ed ਹੈ, ਮਾਸਟਰ ਅਲੋਂਗ ਵਿਦ B.Ed ਯੂ ਆਰ ਐਲੀਜੀਬਲ ਫਾਰ ਲੈਕਚਰਰ ਕੇਟਰ। ਤੁਸੀਂ ਲੈਕਚਰਰ ਕੇਟਰ ਲਈ ਐਲੀਜੀਬਲ ਹੈਗੇ ਹੋ ਜੇਕਰ ਮਾਸਟਰ ਕੇਟਰ ਹੈਗਾ, ਤੁਹਾਡੇ ਕੋਲ ਮਾਸਟਰ ਡਿਗਰੀ ਹੈਗੀ ਹੈ, B.Ed ਹੈਗੀ ਹੈ ਤਾਂ। ਐਂਡ TET ਓਨਲੀ ਮਾਸਟਰ ਕੇਟਰ ਲਈ ਐਲੀਜੀਬਲ ਹੈਗਾ। ਹਾਂਜੀ ਹੁਣ ਗੱਲ ਕਰ ਲੈਂਦੇ ਹਾਂ, ਇਸ ਪੁਆਇੰਟ 'ਤੇ ਵੀ ਚਰਚਾ ਹੋ ਚੁੱਕੀ। ਹੁਣ ਫਾਈਨਲ ਆਨਸਰ ਕੀ ਜਿਹੜੀ ਹੈਗੀ ਹੈ ਉਹ ਫਾਈਨਲ ਆਨਸਰ ਕੀ ਉਸੇ ਡੇਟ ਨੂੰ ਆਏਗੀ ਜੋ ਆਪ ਜੀ ਨੂੰ ਇੱਕ ਨੋਟਸ ਦੇ ਵਿੱਚ ਡੇਟਸ ਦਿੱਤੀਆਂ ਗਈਆਂ ਹਨ। ਉਹ ਸਾਰੀਆਂ ਉਸ ਦੇ ਅਕੋਰਡਿੰਗ ਆਪ ਜੀ ਦਾ ਓਬਜੈਕਸ਼ਨਸ ਵਾਲੀ ਡੇਟ ਦਿੱਤੀ ਗਈ ਸੀ, ਓਬਜੈਕਸ਼ਨ ਅਪਰੂਵ ਕਰਨ ਦੀ ਕਿੰਨੀ ਡੇਟ ਹੈਗੀ ਸੀ, ਜੋ ਓਬਜੈਕਸ਼ਨ ਦੇਖੇ ਜਾਣਗੇ ਪੈਨਲ ਦੁਆਰਾ ਐਂਡ ਸਾਰੀਆਂ ਡੇਟਾਂ ਸੀ ਉਸ ਦੇ ਅਕੋਰਡਿੰਗ ਹੀ ਰਹਿਣ ਵਾਲਾ। ਉਹ ਸ਼ਡਿਊਲ ਦੇ ਵਿੱਚ ਅਜੇ ਤੱਕ ਕੋਈ ਅਫੀਸ਼ੀਅਲ ਜਿੰਨੀ ਅਪਡੇਟ ਨਹੀਂ ਆਉਂਦੀ, ਕੋਈ ਚੇਂਜ ਹੋਣ ਦੀ ਪੋਸੀਬਿਲਿਟੀ ਨਜ਼ਰ ਨਹੀਂ ਆ ਰਹੀ। ਹਾਂਜੀ ਹੁਣ ਗੱਲ ਕਰ ਲੈਂਦੇ ਹਾਂ ਗ੍ਰੇਸ ਕਿੰਨੇ ਮਾਰਕਸ ਦੀ ਮਿਲ ਸਕਦੀ ਹੈ ਸਭ ਨੂੰ ਐਂਡ ਓਬਜੈਕਸ਼ਨਸ ਕਿੰਨੀਆਂ ਅਪਰੂਵ ਹੋ ਸਕਦੀਆਂ ਹਨ। ਹਾਂਜੀ ਸਭ ਤੋਂ ਪਹਿਲਾਂ ਜੇਕਰ ਗ੍ਰੇਸ ਮਾਰਕਸ ਦੀ ਗੱਲ ਕੀਤੀ ਜਾਏ ਤਾਂ ਗ੍ਰੇਸ ਮਾਰਕਸ ਦੇ ਵਿੱਚ ਲਿਟਲ ਬਿਟ ਜੇ ਗੱਲ ਕੀਤੀ ਜਾਏ ਤਾਂ ਅਕੋਰਡਿੰਗ ਟੂ ਮੀ ਕੋਈ ਕੁਐਸਚਨ ਦੇ ਵਿੱਚ ਕੋਈ ਵੀ ਰੋਂਗ ਨਹੀਂ ਸੀ, ਲਗਭਗ ਸਾਰੇ ਕੁਐਸਚਨ ਹੀ ਸਹੀ ਹੈਗੇ ਸੀ। ਇਸ ਕਰਕੇ ਗ੍ਰੇਸ ਮਾਰਕਸ ਦੀ ਬਹੁਤ ਲੈਸ ਚਾਂਸ ਹੈ। ਹੁਣ ਓਬਜੈਕਸ਼ਨ ਪ੍ਰੂਵ ਹੋਣਗੀਆਂ ਉਸ ਦੇ ਵਿੱਚ ਆਪ ਜੀ ਨੰਬਰ ਮਿਲਣਗੇ। ਦੈਟ ਮੀਨਸ ਗ੍ਰੇਸ ਨਹੀਂ ਕਹਿ ਸਕਦੇ। ਜੇਕਰ 4 ਆਪਸ਼ਨ ਦੇ ਵਿੱਚੋਂ 2 ਆਪਸ਼ਨ ਅਵੇਲੇਬਲ ਹਨ ਤਾਂ ਉਹ ਓਬਜੈਕਸ਼ਨ ਹੀ ਬਣਦੀ, ਕੋਈ ਗ੍ਰੇਸ ਬਹੁਤ ਹੀ ਲੈਸ ਚਾਂਸ ਹੈ। ਜੇਕਰ ਸਟੇਟਮੈਂਟ ਗਲਤ ਹੋ ਜਾਂ ਸਾਰੀਆਂ ਆਪਸ਼ਨ ਅਵੇਲੇਬਲ ਨਾ ਹੋਣ ਤਾਂ ਫਿਰ ਗ੍ਰੇਸ ਦੀ ਪੋਸੀਬਿਲਿਟੀ ਹੀ ਕਿ ਅਦਰਵਾਈਜ਼ ਨੋ ਪੋਸੀਬਿਲਿਟੀ ਗ੍ਰੇਸ ਦੀ ਕੋਈ ਪੋਸੀਬਿਲਿਟੀ ਨਹੀਂ ਹੈਗੀ। ਹੁਣ ਓਬਜੈਕਸ਼ਨ ਦੀ ਗੱਲ ਕਰ ਲੈਂਦੇ ਹਾਂ। ਜੇਕਰ ਓਬਜੈਕਸ਼ਨ ਦੀ ਗੱਲ ਕੀਤੀ ਜਾਏ ਤਾਂ ETT ਕੇਟਰ ਵਿੱਚ ਜੀ 4 ਤੋਂ 5 ਓਬਜੈਕਸ਼ਨ ਹੈਗੀਆਂ ਨੇ ਜਿਹੜੀਆਂ ਅਪਰੂਵ ਹੋ ਸਕਦੀਆਂ ਨੇ। ਜੇਕਰ ਤੁਹਾਡੇ 4 ਤੋਂ 5 ਮਾਰਕਸ ਵੀ ਕੱਟ ਰਹੇ ਹਨ, ਜੇਕਰ ਤੁਹਾਡੀ ਓਬਜੈਕਸ਼ਨ ਬਣੇ ਸੀ ਉਹ ਵਾਲੇ ਕੁਐਸਚਨ ਜਿਹੜੇ ਬਣਦੇ ਸੀ ਆਪ ਜੀ ਨੂੰ ਦੱਸਿਆ ਗਿਆ ਵੀਡੀਓ ਦੇ ਵਿੱਚ, ਤਾਂ 4 ਤੋਂ 5 ਮਾਰਕਸ ਆਪ ਦੇ ਇਨਕਰੀਜ਼ ਹੋ ਸਕਦੇ ਨੇ।
ਐਂਡ ਇਸੇ ਤਰ੍ਹਾਂ ਜੇਕਰ ਅਸੀਂ ਬੀਐਡ ਦੀ ਗੱਲ ਕੀਤੀ ਜਾਏ ਤਾਂ ਬੀਐਡ ਵਾਲੀ ਕਿਹੜੀ ਆਬਜੈਕਸ਼ਨ ਸੀਆਂ ਨੇ ਉਹ 2 ਤੋਂ 3 ਜਿਹੜੀਆਂ ਹੈਗੇ ਨੇ ਬੀਐਡ ਵਾਲੀਆਂ ਆਬਜੈਕਸ਼ਨਸ ਪ੍ਰੂਵ ਹੋ ਸਕਦੀਆਂ ਨੇ 2 ਤੋਂ 3 ਹਾਂਜੀ 2 ਤੋਂ 3 ਆਬਜੈਕਸ਼ਨ ਜਿਹੜੀ ਹੈਗੇ ਨੇ ਬੀਐਡ ਵਾਲੀਆਂ ਉਹ ਪ੍ਰੂਵ ਕੀਤੀਆਂ ਹੋ ਸਕਦੀਆਂ ਨੇ ਐਂਡ 2 ਤੋਂ 3 ਮਾਰਕਸ ਜੇਕਰ ਆਪਦੇ ਕੱਟ ਰਹੇ ਤਾਂ ਉਹ ਆਪ ਜੀ ਦਾ ਪ੍ਰੂਵ ਹੋਣ ਤੋਂ ਬਾਅਦ ਨੰਬਰ ਇੰਕਰੀਜ਼ ਹੋ ਸਕਦੇ ਨੇ ਆਪ ਜੀ ਦਾ ਪੀਐਸ ਟੈਟ ਕੁਆਲੀਫਾਈ ਹੋ ਸਕਦਾ ਹੈ। ਐਂਡ ਜਿਹੜੇ ਕੈਂਡੀਡੇਟਸ ਦਾ ਆਂਸਰ ਕੀ ਦੇ ਅਕੋਰਡਿੰਗ ਪੀਐਸ ਟੈਟ ਕਲੀਅਰ ਹੋ ਰਿਹਾ ਹੈ ਪ੍ਰੋਵੀਜ਼ਨਲ ਆਂਸਰ ਕੀ ਦੇ ਅਕੋਰਡਿੰਗ ਉਹ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਸਕਦੇ ਹਨ। ਇਸ ਚੈਨਲ ਤੇ ਆਪ ਜੀ ਨੂੰ ਮਾਸਟਰ ਕੇਡਰ ਐਸਐਸਟੀ ਦੀ ਪ੍ਰੈਪਰੇਸ਼ਨ ਸਾਰੀ ਕਰਵਾਈ ਜਾਏਗੀ। ਜੇਕਰ ਤੁਸੀਂ ਕਰਨਾ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਨਾਲ ਜੁੜ ਸਕਦੇ ਹੋ। ਐਂਡ ਈਟੀਟੀ ਕੇਡਰ ਦੇ ਵੀ ਆਪ ਜੀ ਨੂੰ ਡੈਫੀਨੇਟਲੀ ਇਸ ਚੈਨਲ ਤੇ ਪ੍ਰੈਪਰੇਸ਼ਨ ਕਰਵਾਈ ਜਾਏਗੀ। ਐਂਡ ਜੋ ਨੋਟੀਫਿਕੇਸ਼ਨ ਹੈਗਾ ਉਸ ਦੀ ਵੇਟ ਕਰ ਰਹੇ ਜਲਦੀ ਨੋਟੀਫਿਕੇਸ਼ਨ ਵੀ ਆ ਰਿਹਾ ਹੈ। ਹਾਂਜੀ ਇਹ ਸੀ ਜੀ ਇਨਫੋਰਮੇਸ਼ਨ ਜੋ ਆਪ ਨਾਲ ਸਾਂਝੀ ਕਰਨੀ ਜ਼ਰੂਰੀ ਬਣਦੀ ਸੀ। ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਇੱਕ ਨਵੀਂ ਅਪਡੇਟਸ ਲੈ ਕੇ। ਥੈਂਕਸ ਫॉर ਵਾचिंग। ਸੀ ਯੂ ਦਾ ਨੈਕਸਟ ਵੀਡੀਓ। ਥੈਂਕ ਯੂ ਸੋ ਮਚ।